ਕਿ ਬਾਦਲ ਸਾਹਿਬ ਉਹੀ ਨਹੀਂ ਜਿਨ੍ਹਾਂ ਨੇ 99 ਚ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਸ਼ਿਫਟ ਕਰਨੀ ਸੀ ਦਿੱਲੀ ਤੋਂ ਪੰਜਾਬ, ਉਦੋਂ ਇਹਦੇ ਪਾਪਾ ਜੀ ਸਰਦਾਰ ਬਾਦਲ ਸਾਹਿਬ ਕਹਿੰਦੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦੀ ਜੇਲ੍ਹ ਦਿੱਲੀ ਤੋਂ ਟ੍ਰਾਂਸਫਰ ਕਰਨ ਦੀ ਗੱਲ ਚੱਲੀ ਹੈ ਤੇ ਉਦੋਂ ਬਾਦਲ ਸਾਹਿਬ ਕਹਿੰਦੇ ਸੀ, ਸੁਖਬੀਰ ਕਹਿੰਦਾ ਸੀ ਕਿ ਮਾਹੌਲ ਖਰਾਬ ਹੋ ਜਾਊਗਾ। ਅੱਜ ਬਾਦਲ ਕਿਉਂਕਿ ਇਹ ਹਾਸ਼ੀਏ ਤੇ ਚਲੇ ਗਏ ਨੇ, ਸੋ ਇਹਨਾਂ ਨੇ ਆਪਦੇ ਹੁਣ ਬੰਦੀ ਸਿੰਘਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਤਾਂ ਇਹ ਕਦੇ ਇਹਨਾਂ ਨੂੰ ਅੱਤਵਾਦੀ ਕਹਿੰਦੇ ਨੇ ਅਸੈਂਬਲੀ ਹਾਊਸ ਵਿੱਚ, ਹੁਣ ਇਹਨਾਂ ਨੂੰ ਇਹ ਵੈਰੀਅਰਸ ਕਹਿਣਾ ਸ਼ੁਰੂ ਕਰ ਗਏ ਨੇ। ਜਿਹੜਾ ਜਸਵੰਤ ਸਿੰਘ ਖਾਲੜਾ ਸੀ, ਹਿਊਮਨ ਰਾਈਟਸ ਐਕਟਿਵਿਸਟ ਸੀ, ਉਹਦੇ ਕਾਤਲਸ ਨੂੰ ਇਹਨਾਂ ਨੇ ਰਿਲੀਜ਼ ਕਰ ਦਿੱਤਾ ਹੈ, ਡੀਐਸਪੀ ਨੂੰ ਵੀ ਤੇ ਥਾਣੇਦਾਰਾਂ ਨੂੰ ਵੀ ਕੁਝ ਸਾਲ ਸਜ਼ਾ ਜਿਹੜੀ ਹੈ, ਜਿਹੜਾ ਆਰਟੀਕਲ 433 ਹੈ ਸੀਆਰਪੀਸੀ ਦਾ, ਉਹਨੂੰ ਵੀ ਵਾਇਲੇਟ ਕਰਤਾ ਇਹਨਾਂ ਨੇ। ਕਿਸ਼ੋਰੀ ਲਾਲ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦਿੱਲੀ ਦੇ ਵਿੱਚ ਵੱਖ-ਵੱਖ ਅਦਾਲਤਾਂ ਨੇ ਵੱਖ-ਵੱਖ ਕੇਸਾਂ 'ਚ 8 ਵਾਰੀ ਫਾਂਸੀ ਕੀਤੀ ਸੀ। ਇਹਨਾਂ ਨੇ ਉਹਦੀ ਫਾਂਸੀ ਤੋੜ ਕੇ ਉਮਰ ਕੈਦ ਕਰ ਦਿੱਤੀ ਹੈ ਤੇ ਕੇਜਰੀਵਾਲ ਸਾਹਿਬ ਉਹਨਾਂ ਦੀ ਸਰਕਾਰ ਉਹਨੂੰ ਰਿਲੀਜ਼ ਕਰਨ ਵੀ ਜਾ ਰਹੀ ਸੀ। ਜਿਹੜਾ ਬੰਦਾ ਬਾਬਾ ਹਰਿਆਣੇ ਵਾਲਾ ਹੈਗਾ, ਸੱਚੇ ਸੌਦੇ ਵਾਲਾ ਹੈ, ਰਾਮ ਰਹੀਮ ਨੂੰ, ਜਿਹਨੇ ਇੱਕ ਪੱਤਰਕਾਰ ਨੂੰ ਬਰੂਟਲੀ ਮਰਡਰ ਕੀਤਾ ਹੈ, ਹਥਿਆਰਾਂ ਦੀ ਰਿਕਵਰੀ ਉਹਦੇ ਕੋਲ ਹੋਈ ਹੈ ਡੇਰੇ ਵਿੱਚ, ਜਿਹਦੇ ਤੇ ਰੇਪ ਦੇ ਚਾਰਜਸ ਦੇ ਵਿੱਚ ਕਨਵਿਕਸ਼ਨ ਹੋਈ ਹੈ, ਉਹਨੇ ਮਰਡਰ ਕੀਤੇ ਨੇ, ਹੈ ਨਾ। ਫਿਰ ਉਹਨੇ ਨੰਬਰ ਆਫ ਅਦਰ ਕੇਸਿਸ ਦੇ ਵਿੱਚ ਇਨਵੋਲਵ ਹੈ। ਉਹਨੂੰ ਪੈਰੋਲ ਵੀ ਦੇ ਰਹੇ ਨੇ, ਉਹਨੂੰ ਇਹ ਵੀ ਰਾਈਟ ਹੈ ਕਿ ਉਹ ਫਿਲਮਾਂ ਵੀ ਬਣਾ ਸਕਦਾ, ਬਾਹਰ ਜਾ ਕੇ ਉਹ ਪ੍ਰਚਾਰ ਵੀ ਕਰ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ, ਦਲ ਖਾਲਸਾ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀਗਾ, ਪਰ ਉਹਦੇ ਵਿੱਚ ਪੂਰੇ ਦੇਸ਼ ਭਰ ਤੋਂ ਡਿਫਰੈਂਟ ਸੂਬਿਆਂ ਤੋਂ ਜਿਹੜੇ ਆ ਉਹ ਬੁਲਾਰੇ ਆਏ ਸੀਗੇ। ਇੱਥੇ ਸਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਨੇ, ਹਿਊਮਨ ਰਾਈਟਸ ਦੇ ਕੇਸਿਸ ਦੇਖਦੇ ਨੇ ਔਰ ਲੈਂਦੇ ਰਹਿੰਦੇ ਨੇ ਤੇ ਉਸ ਤੇ ਆਪਣੀ ਮਤਲਬ ਕਿ ਰਾਏ ਵੀ ਵੱਖ-ਵੱਖ ਟਾਈਮਾਂ ਤੇ ਰੱਖਦੇ ਰਹੇ ਨੇ। ਸਿਮਰਨਜੀਤ ਸਿੰਘ ਐਡਵੋਕੇਟ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਸੀਗਾ, ਸੈਲੀਬ੍ਰੇਟ ਹੋਇਆ ਹੈ, ਡਿਫਰੈਂਟ ਸਾਰੇ ਮਤਲਬ ਕੌਮਾਂਤਰੀ ਪੱਧਰ ਤੇ ਹੈ ਸੈਲੀਬ੍ਰੇਟ ਹੋਇਆ ਤੇ ਇੱਥੇ ਵੀ ਰੱਖਿਆ ਗਿਆ। ਇੱਥੇ ਦੇ ਅੱਜ ਤੁਸੀਂ ਸ਼ਿਰਕਤ ਕੀਤੀ ਹੈ, ਕਿੱਦਾਂ ਦੇ ਮੁੱਦੇ ਸੀਗੇ ਤੇ ਤੁਹਾਡੀ ਕੀ ਰਾਏ ਉਸ ਬਾਰੇ? ਅੱਜ ਜਿਹੜਾ ਸਪੈਸੀਫਿਕ ਦਲ ਖਾਲਸਾ ਵੱਲੋਂ ਆਰਗੇਨਾਈਜ਼ਡ ਸੈਮੀਨਾਰ ਸੀ, ਜਿਹਦੇ ਵਿੱਚ ਨਾਗਾਲੈਂਡ ਤੋਂ ਲੋਕ ਆਏ ਨੇ, ਤਾਮਿਲਸ ਤੋਂ ਆਏ ਨੇ, ਜੰਮੂ ਕਸ਼ਮੀਰ ਤੋਂ ਆਏ ਨੇ। ਬੇਸਿਕਲੀ ਇਹਨਾਂ ਦਾ ਫੋਕਸ ਸੀ ਕਿ ਜਿਹੜੇ ਅੰਡਰ ਟ੍ਰਾਇਲ ਪ੍ਰਿਜ਼ਨਰਸ ਹੈਗੇ ਨੇ ਰੈਸਟ ਆਫ ਇੰਡੀਆ, ਪੰਜਾਬ ਨੂੰ ਛੱਡ ਕੇ, ਇਨਕਲੂਡਿੰਗ ਪੰਜਾਬ ਸਟੇਟ ਜਿਹੜੀ ਹੈ, ਉਹਨਾਂ ਦੀ ਜਿਹੜੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਉਹਨਾਂ ਨੂੰ ਛੱਡ ਨਹੀਂ ਰਹੀ। ਸੋ ਉਸ ਐਂਗਲ ਤੋਂ ਅੱਜ ਸਾਰੇ ਬੁਲਾਰਿਆਂ ਨੇ ਆਪਦੇ ਵਿਊਜ਼ ਦਿੱਤੇ ਨੇ। ਜਿਹੜੀ ਨਾਗਾਲੈਂਡ ਦੇ ਲੋਕ ਸੀ, ਉਹਨਾਂ ਨੇ ਆਪਦੇ ਐਕਸਪੀਰੀਐਂਸਸ ਸ਼ੇਅਰ ਕੀਤੇ ਨੇ ਕਿ ਕਿਵੇਂ ਨਾਗਾਲੈਂਡ ਦੇ ਏਰੀਆ ਵਿੱਚ ਲੋਕ ਆਪਦੇ ਘਰਾਂ ਨੂੰ ਤਾਲਾ ਨਹੀਂ ਸੀ ਲਾਉਂਦੇ। ਇਹ ਤਾਲਾਬੰਦੀ ਮਤਲਬ ਤਾਲੇ ਲਾਉਣਾ ਉਦੋਂ ਇੰਟਰੋਡਿਊਸ ਹੋਇਆ ਜਦੋਂ ਅੰਗਰੇਜ਼ ਆਏ ਨੇ, ਔਰ ਇੰਡੀਅਨ ਸਟੇਟ ਨੇ ਉੱਥੋਂ ਦੇ ਸਕੂਲਸ ਨੂੰ, ਉੱਥੋਂ ਦੇ ਰਿਲੀਜੀਅਸ ਪਲੇਸਿਸ ਨੂੰ ਓਪਨ ਜੇਲਸ ਦੇ ਵਿੱਚ ਕਨਵਰਟ ਕਰ ਦਿੱਤਾ ਔਰ ਉਹਨਾਂ ਤੇ ਬਹੁਤ ਜ਼ੁਲਮ ਹੋਇਆ ਹੈ। ਇਹ ਉਹਨਾਂ ਦੀ ਬਦੌਲਤ ਜਿਹੜਾ ਅੱਜ ਲੋਕ ਇੰਨੇ ਆਰਗੇਨਾਈਜ਼ਡ ਨੇ। ਦੇਖੋ ਇੰਡੋ ਨਾਗਾ ਜਿਹੜਾ 2015 'ਚ ਟ੍ਰੀਟੀ ਹੋਈ ਹੈ, ਉਹਦੇ ਨਾਲ ਜਿਹੜੀ ਪੀਸ ਉੱਥੇ ਸ਼ੁਰੂ ਹੋਇਆ ਹੈ। ਸੋ ਕਸ਼ਮੀਰੀਆਂ ਨੇ ਵੀ ਦੱਸਿਆ ਕਿ ਉਹਨਾਂ ਤੇ ਕਿਵੇਂ ਜ਼ੁਲਮ ਹੋ ਰਿਹਾ ਹੈ। ਇੱਥੋਂ ਪੰਜਾਬ ਦੇ ਲੋਕਾਂ ਨੇ ਵੀ ਦੱਸਿਆ ਹੈ ਕਿ ਉਹਨਾਂ ਦੀ ਕਿਵੇਂ ਹੋਇਆ ਹੈ। ਸੋ ਜਿਹੜਾ ਮੋਰ ਓਵਰ ਫੋਕਸ ਸੀ ਕਿ ਉਹ ਸੀ ਕਿ ਜਿਹੜੇ ਅੰਡਰ ਟ੍ਰਾਇਲ ਪ੍ਰਿਜ਼ਨਰਸ ਨੇ, ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤੀ ਚੰਗੀ ਨਹੀਂ ਹੈਗੀ। ਜੇਲ੍ਹਾਂ 'ਚੋਂ ਆਪਦੀ ਸਜ਼ਾ ਭੁਗਤ ਚੁੱਕੇ ਨੇ, ਉਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਨਹੀਂ ਦਿੱਤੀਆਂ ਜਾ ਰਹੀਆਂ ਹੈ। ਸੋ ਬੀਇੰਗ ਲਾਇਰ, ਮੈਂ ਇੱਥੇ ਗੱਲ ਕਹੀ ਸੀ ਕਿ ਇਹ ਜਿਹੜਾ ਰਾਈਟ ਟੂ ਸਪੀਡੀ ਟ੍ਰਾਇਲ ਹੈ, ਇਹ ਰਾਈਟ ਟੂ ਲਾਈਫ ਨਾਲ ਕਨੈਕਟਡ ਹੈਗਾ ਹੈ ਤੇ ਇਹ ਹਰ ਬੰਦੇ ਦਾ ਫੰਡਾਮੈਂਟਲ ਰਾਈਟ ਹੈ ਕਿ ਉਹਦਾ ਟ੍ਰਾਇਲ ਸਪੀਡੀ ਹੋਣਾ ਚਾਹੀਦਾ ਹੈ। ਤੇ ਖਾਸ ਤੌਰ ਤੇ ਜਿਹੜੇ NIA ਵਰਗੇ ਕੇਸ ਨੇ, ਜਿਹੜੇ ਟਾਡਾ ਤੇ ਹੋਰ ਕੇਸਿਸ ਨੇ, ਜਿਹੜੇ ਪੁਰਾਣੇ ਐਕਟਸ ਹੈਗੇ ਨੇ, ਇਹਨਾਂ ਦੇ ਵਿੱਚ ਹੁਣ NIA ਦੇ ਵਿੱਚ ਬੇਲ ਦੀ ਪ੍ਰੋਵੀਜ਼ਨ ਨਹੀਂ ਹੈਗੀ ਤੇ ਵੱਡੇ ਗਵਾਹ ਹੁੰਦੇ ਨੇ। ਇਹ ਕੇਸ 12 15 ਸਾਲ 10 ਸਾਲ ਚੱਲਦੇ ਨੇ। ਸੋ ਸਾਡਾ ਇੱਥੇ ਪ੍ਰੈਸ ਹੈ ਕਿ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਹੈ, ਸਟੇਟਸ ਨੂੰ ਚਾਹੀਦਾ, ਇੰਡੀਅਨ ਸਟੇਟ ਨੂੰ ਚਾਹੀਦਾ ਹੈ ਕਿ ਜਿਹੜੇ ਅੰਡਰ ਟ੍ਰਾਇਲ ਪ੍ਰਿਜ਼ਨਰਸ ਨੇ, ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਲਈ ਸਪੈਸ਼ਲ ਲਾਜ਼ ਬਣਨੇ ਚਾਹੀਦੇ। ਉਹਨਾਂ ਦੇ ਟ੍ਰਾਇਲ ਜਿਹੜੇ ਨੇ ਟਾਈਮ ਬਾਉਂਡ ਹੋਣੇ ਚਾਹੀਦੇ ਨੇ ਔਰ ਟਾਈਮ ਬਾਉਂਡ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਜਿਹੜੀ ਜਦੋਂ ਜੇਲ੍ਹ 'ਚੋਂ ਬੰਦੇ ਨੂੰ ਰਿਲੀਜ਼ ਕਰਦੇ ਨੇ, ਇੱਕ ਨਕਸ਼ਾ ਪ੍ਰਣਾਲੀ ਹੈ, ਉਸ 'ਚ ਵੀ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ ਨੇ।
ਵਕੀਲ ਸਾਹਿਬ, ਜਿੱਥੋਂ ਤੱਕ ਸਿੱਖ ਪ੍ਰਿਜ਼ਨਰਸ ਦੀ ਆਪਾਂ ਗੱਲ ਕਰ ਲਈਏ ਜੇ, ਕਿਉਂਕਿ ਪੰਜਾਬ ਸਟੇਟ ਦੀ ਜੇ ਗੱਲ ਕਰ ਲਈਏ, ਇਹ ਮੁੱਦਾ ਹਮੇਸ਼ਾ ਭਖਦਾ ਰਿਹਾ ਹੈ ਜੇ ਗੱਲ ਕਰੀਏ, ਪਰ ਜ਼ਿਆਦਾਤਰ ਇਲੈਕਸ਼ਨ ਦੇ ਦੌਰਾਨ ਭਖਦਾ ਰਿਹਾ ਜਾਂ ਸਿਆਸੀ ਪਾਰਟੀਆਂ ਵੱਲੋਂ ਜਾਂ ਬਾਰ-ਬਾਰ ਚੁੱਕਿਆ ਜਾਂਦਾ ਰਿਹਾ ਹੈ। ਡੈਫੀਨੇਟਲੀ ਬਾਹਰ ਵੀ ਇਹਦੀ ਆਵਾਜ਼ ਜਾਂਦੀ ਹੈ, ਹਿਊਮਨ ਰਾਈਟਸ ਦੀ ਜੇ ਗੱਲ ਕਰ ਲਈਏ ਜਾਂ ਫਿਰ ਇਹਨਾਂ ਦੇ ਫ੍ਰੀ ਕਰਨ ਦੀ ਗੱਲ ਕਰ ਲਈਏ, ਤੇ ਉਹ ਯੂਨਾਈਟਿਡ ਨੇਸ਼ਨਸ 'ਚ UN ਵਿੱਚ ਵੀ ਇਹ ਬਾਰ-ਬਾਰ ਮਾਮਲੇ ਉੱਠੇ ਨੇ। ਪਰ ਲੀਗਲ ਪੁਆਇੰਟ ਆਫ ਵਿਊ ਤੋਂ ਤੁਹਾਡੇ ਨਜ਼ਰੀਏ ਨਾਲ ਇਹ ਕਾਨੂੰਨੀ ਪੱਖ ਕੀ ਹੈ ਅੱਜ ਦੇ ਦੌਰ ਦੇ ਵਿੱਚ ਇਹਦਾ? ਕਿਉਂਕਿ ਬਾਰ-ਬਾਰ ਆਵਾਜ਼ਾਂ, ਜਿਵੇਂ ਅੱਜ ਵੀ ਸੁਖਬੀਰ ਬਾਦਲ ਹੋਣਾ ਨੇ, ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੇਕਰ ਸਿੱਖ ਪ੍ਰਿਜ਼ਨਰਸ ਦੀ ਜਿਹੜੀ ਰਿਹਾਈ ਨਹੀਂ ਹੁੰਦੀ, ਜੇ ਰਾਜੀਵ ਗਾਂਧੀ ਦੇ ਵੀ ਜਿਹੜੇ ਕਾਤਿਲ ਸੀਗੇ ਉਹਨਾਂ ਨੂੰ ਵੀ ਛੱਡ ਦਿੱਤਾ ਜਾਂਦਾ। ਤੇ ਇਦਾਂ ਦੀ ਮਤਲਬ ਗੱਲਾਂ ਸਿਆਸੀ ਤਾਂ ਹੁੰਦੀ ਹੈ, ਕਾਨੂੰਨੀ ਪੱਖ ਕਿੱਥੇ ਖੜਾ ਹੈ? ਸਿਆਸੀ ਵੀ ਜਿਹੜੀ ਸੁਖਬੀਰ ਬਾਦਲ ਹੁਣਾਂ ਦੀ ਗੱਲ ਹੈ, ਮੈਂ ਥੋੜਾ ਵਿੱਚ ਕੋਟ ਕਰਨਾ ਚਾਹੁੰਦਾ ਹੈ ਕਿ ਬਾਦਲ ਸਾਹਿਬ ਉਹੀ ਨਹੀਂ ਜਿਨ੍ਹਾਂ ਨੇ 99 ਚ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਸ਼ਿਫਟ ਕਰਨੀ ਸੀ ਦਿੱਲੀ ਤੋਂ ਪੰਜਾਬ, ਉਦੋਂ ਇਹਦੇ ਪਾਪਾ ਜੀ ਸਰਦਾਰ ਬਾਦਲ ਸਾਹਿਬ ਕਹਿੰਦੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦੀ ਜੇਲ੍ਹ ਦਿੱਲੀ ਤੋਂ ਟ੍ਰਾਂਸਫਰ ਕਰਨ ਦੀ ਗੱਲ ਚੱਲੀ ਹੈ ਤਾਂ ਉਦੋਂ ਬਾਦਲ ਸਾਹਿਬ ਕਹਿੰਦੇ ਸੀ, ਸੁਖਬੀਰ ਕਹਿੰਦਾ ਸੀ ਕਿ ਮਾਹੌਲ ਖਰਾਬ ਹੋ ਜਾਊਗਾ। ਸੋ ਅੱਜ ਬਾਦਲ ਕਿਉਂਕਿ ਇਹ ਹਾਸ਼ੀਏ ਤੇ ਚਲੇ ਗਏ ਨੇ, ਸੋ ਇਹਨਾਂ ਨੇ ਆਪਦੇ ਹੁਣ ਬੰਦੀ ਸਿੰਘਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਤਾਂ ਇਹ ਕਦੇ ਇਹਨਾਂ ਨੂੰ ਅੱਤਵਾਦੀ ਕਹਿੰਦੇ ਨੇ ਅਸੈਂਬਲੀ ਹਾਊਸ ਵਿੱਚ, ਹੁਣ ਇਹਨਾਂ ਨੂੰ ਇਹ ਵੈਰੀਅਰਸ ਕਹਿਣਾ ਸ਼ੁਰੂ ਕਰ ਗਏ ਨੇ। ਐਜ਼ ਏ ਲਾਇਰ, ਕਿਉਂਕਿ ਮੈਂ ਕਈ ਕੇਸਸ ਨੂੰ ਡੀਲ ਵੀ ਕਰ ਰਿਹਾ ਹਾਂ, ਜਿਹੜੀ ਸੁਪਰੀਮ ਕੋਰਟ ਦੀਆਂ ਨੰਬਰ ਆਫ ਲੈਂਡਮਾਰਕ ਜਜਮੈਂਟਸ ਨੇ ਕਿ ਜਦੋਂ ਬੰਦੇ ਦੀ ਜਿਹੜੀ ਕਸਟਡੀ ਹੈ ਉਹ ਅਵੱਬ ਹੋ ਜਾਂਦੀ, 20 ਸਾਲ ਤੋਂ ਉੱਪਰ ਹੋ ਜਾਂਦੀ ਹੈ, ਉਹਨਾਂ ਕੇਸਾਂ 'ਚ ਫਾਂਸੀਆਂ ਨੂੰ ਵੀ ਜਿਹੜਾ ਤੋੜ ਕੇ ਉਮਰ ਕੈਦ 'ਚ ਕਨਵਰਟ ਕਰਕੇ ਬੰਦੇ ਰਿਲੀਜ਼ ਕਰ ਦਿੱਤੇ ਜਾਂਦੇ ਨੇ। ਸੋ ਸਟੇਟ ਦਾ ਰਵੱਈਆ ਬੜਾ ਡਿਫਰੈਂਟ ਹੈ। ਜਿਹੜਾ ਜਸਵੰਤ ਸਿੰਘ ਖਾਲੜਾ ਸੀ, ਹਿਊਮਨ ਰਾਈਟਸ ਐਕਟਿਵਿਸਟ ਸੀ, ਉਹਦੇ ਕਾਤਲਸ ਨੂੰ ਇਹਨਾਂ ਨੇ ਰਿਲੀਜ਼ ਕਰ ਦਿੱਤਾ ਹੈ, DSP ਨੂੰ ਵੀ ਤੇ ਥਾਣੇਦਾਰਾਂ ਨੂੰ ਵੀ ਕੁਝ ਸਾਲ ਸਜ਼ਾ ਜਿਹੜੀ ਹੈ, ਜਿਹੜਾ ਆਰਟੀਕਲ 433 ਹੈ CRPC ਦਾ, ਉਹਨੂੰ ਵੀ ਵਾਇਲੇਟ ਕਰਤਾ ਇਹਨਾਂ ਨੇ ਜੀ। ਜਿਨ੍ਹਾਂ ਨੇ ਗ੍ਰਾਮ ਸਟੇਨਸ ਜਿਹੜਾ ਕ੍ਰਿਸਚਨ ਮਿਸ਼ਨਰੀ ਸੀ ਔਰ 2 ਛੋਟੇ ਬੱਚਿਆਂ ਨਾਲ ਉਹਨੂੰ ਓਪਨ ਜੀਪ 'ਚ, ਇੱਕ ਦਾਰਾ ਸਿੰਘ ਨਾਂ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਬੰਦਾ ਸੀ ਜਿਹਨੇ ਮਾਰ ਦਿੱਤਾ ਸੀ, ਉਹਨੂੰ ਇਹਨਾਂ ਨੇ ਫਾਂਸੀ ਤੋੜ ਕੇ ਉਮਰ ਕੈਦ ਕਰ ਦਿੱਤੀ ਹੈ। ਇਵੇਂ ਰਜੀਬ ਦੇ ਕਾਤਲ ਵੀ ਛੱਡ ਦਿੱਤੇ ਨੇ। ਇੱਕ ਕਿਸ਼ੋਰੀ ਲਾਲ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦਿੱਲੀ ਦੇ ਵਿੱਚ ਵੱਖ-ਵੱਖ ਅਦਾਲਤਾਂ ਨੇ ਵੱਖ-ਵੱਖ ਕੇਸਾਂ 'ਚ 8 ਵਾਰੀ ਫਾਂਸੀ ਕੀਤੀ ਸੀ। ਇਹਨਾਂ ਨੇ ਉਹਦੀ ਫਾਂਸੀ ਤੋੜ ਕੇ ਉਮਰ ਕੈਦ ਕਰ ਦਿੱਤੀ ਹੈ ਤੇ ਕੇਜਰੀਵਾਲ ਸਾਹਿਬ ਹੁਣਾਂ ਦੀ ਸਰਕਾਰ ਉਹਨੂੰ ਰਿਲੀਜ਼ ਕਰਨ ਵੀ ਜਾ ਰਹੀ ਸੀ, ਪੈਰੋਲਸ ਦੇਣ ਵਾਲੇ ਪਾਸੇ ਜਾ ਰਹੀ ਸੀ। ਸੋ ਸਰਕਾਰ ਜਿਹੜੀ ਹੈ, ਜਿਹੜੇ ਸਿੱਖ ਪ੍ਰਿਜ਼ਨਰਸ ਨੇ ਜਿਨ੍ਹਾਂ ਨੇ 32 ਸਾਲ ਹੋ ਗਏ ਨੇ, ਸੋ ਉਹਨਾਂ ਨੂੰ ਰਿਲੀਜ਼ ਕਰਨਾ ਬੰਦ ਹੈ। ਤੇ ਇੱਥੇ ਸਰਕਾਰ ਦਾ ਜਿਹੜਾ ਰਵੱਈਆ ਬੜਾ ਡਿਸਕ੍ਰਿਮੀਨੇਟਰੀ ਹੈਗਾ ਹੈ। ਭਾਈ ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਕਤਲ ਕੇਸ ਨਜ਼ਰਬੰਦ ਨੇ ਬੜੈਲ ਜੇਲ੍ਹ 'ਚ, ਉਹਨਾਂ ਦੀ ਮਾਤਾ ਜਿਹੜੀ 97 ਸਾਲ ਦੀ ਸੀ, ਉਹ ਕਹਿੰਦੀ ਸੀ ਮੇਰੀ ਲਾਸਟ ਵਿਸ਼ ਹੈ, ਮੈਂ ਆਪਦੇ ਮੁੰਡੇ ਨੂੰ ਮਿਲਣਾ ਚਾਹੁੰਦੀ ਹਾਂ। ਸੋ ਇਸ ਹਾਈ ਕੋਰਟ 'ਚ ਅਸੀਂ ਐਪਲੀਕੇਸ਼ਨ ਮੂਵ ਕੀਤੀ ਵੀ ਉਹਨੂੰ ਕਸਟਡੀ ਪੈਰੋਲ ਦਿਓ 2 ਘੰਟਿਆਂ ਲਈ। ਕਸਟਡੀ ਪੈਰੋਲ ਹੁੰਦੀ ਹੈ, ਅਸੀਂ ਕਿਹਾ ਤੁਸੀਂ ਭਾਵੇਂ ਆਰਮੀ ਲਾ ਦਿਓ, ਅਸੀਂ ਉਹਦੀ ਕਾਸਟ ਵੀ ਬੀਅਰ ਕਰਨ ਨੂੰ ਤਿਆਰ ਹੈ। ਜਦੋਂ ਸਿੰਗਲ ਬੈਂਚ ਹਾਈ ਕੋਰਟ ਗਿਆ ਹੈ, ਜੱਜ ਸਾਹਿਬ ਨੇ ਕਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਮਲੀ ਮਾਹੌਲ ਦਿਆਂਗੇ, ਅਸੀਂ ਪੈਰੋਲ ਅਲਾਉ ਨਹੀਂ ਕਰਨੀ। ਡਾਕਟਰਾਂ ਦੀ ਇੱਕ ਟੀਮ ਜਾਏਗੀ, ਐਂਬੂਲੈਂਸ ਲੈ ਕੇ ਆਊਗੀ। ਜਦੋਂ ਡਾਕਟਰਸ ਦੀ ਟੀਮ ਗਈ ਇੱਥੋਂ ਚੰਡੀਗੜ੍ਹ ਦੀ, ਉਹਨਾਂ ਨੇ ਦੇਖਿਆ ਕਿ ਮਾਤਾ ਟਰੈਵਲ ਕਰਨ ਦੀ ਪੋਜੀਸ਼ਨਸ ਨਹੀਂ, ਉਹਨਾਂ ਨੇ ਸਹੀ ਰਿਪੋਰਟ ਕੀਤਾ ਹੈ। ਕੋਰਟ ਨੇ ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਪਟੀਸ਼ਨ ਨੂੰ ਡਿਸਮਿਸ ਕਰ ਦਿੱਤਾ ਹੈ। ਡਬਲ ਬੈਂਚ ਨੇ ਵੀ, DB ਨੇ ਵੀ ਡਿਸਮਿਸ ਕੀਤਾ ਹੈ। ਉਹਦੇ ਕੰਪੈਰੀਟਿਵਲੀ ਜਿਹੜਾ ਬੰਦਾ ਬਾਬਾ ਹਰਿਆਣੇ ਵਾਲਾ ਹੈਗਾ, ਸੱਚੇ ਸੌਦੇ ਵਾਲਾ ਹੈ, ਰਾਮ ਰਹੀਮ ਨੂੰ, ਜਿਹਨੇ ਇੱਕ ਪੱਤਰਕਾਰ ਨੂੰ ਬਰੂਟਲੀ ਮਰਡਰ ਕੀਤਾ ਹੈ, ਹਥਿਆਰਾਂ ਦੀ ਰਿਕਵਰੀ ਉਹਦੇ ਕੋਲ ਹੋਈ ਹੈ ਡੇਰੇ ਵਿੱਚ, ਜਿਹਦੇ ਤੇ ਰੇਪ ਦੇ ਚਾਰਜਸ ਦੇ ਵਿੱਚ ਕਨਵਿਕਸ਼ਨ ਹੋਈ ਹੈ, ਉਹਨੇ ਮਰਡਰ ਕੀਤੇ ਨੇ, ਹੈ ਨਾ। ਫਿਰ ਉਹਨੇ ਨੰਬਰ ਆਫ ਅਦਰ ਕੇਸਿਸ ਦੇ ਵਿੱਚ ਇਨਵੋਲਵ ਹੈ। ਉਹਨੂੰ ਪੈਰੋਲ ਵੀ ਦੇ ਰਹੇ ਨੇ, ਉਹਨੂੰ ਇਹ ਵੀ ਰਾਈਟ ਹੈ ਕਿ ਉਹ ਫਿਲਮਾਂ ਵੀ ਬਣਾ ਸਕਦਾ, ਬਾਹਰ ਜਾ ਕੇ ਉਹ ਪ੍ਰਚਾਰ ਵੀ ਕਰ ਸਕਦਾ ਹੈ। ਸੋ ਇਹ ਸਾਰੇ ਐਸਪੈਕਟਸ ਨੇ ਜਿਹੜੇ ਮਾਈਨੋਰਿਟੀਜ਼ ਦੇ ਮਨ ਵਿੱਚ ਡਰ ਪੈਦਾ ਕਰ ਰਹੇ ਨੇ, ਡਾਊਟ ਪੈਦਾ ਕਰ ਰਹੇ ਨੇ। ਇਹਦੇ ਨਾਲ ਜਿਹੜੀ ਹੈ ਸਟੇਟ ਦੇ ਪ੍ਰਤੀ ਜਿਹੜਾ ਵਾ ਸੈਪਰੇਟਿਸਟ ਜਿਹੜੇ ਵਿਊਜ਼ ਨੇ ਉਹ ਫਿਰ ਖੜੇ ਹੁੰਦੇ ਨੇ। ਇੱਕ ਸਵਾਲ ਇੱਥੇ ਹੋਰ ਖੜਾ ਹੁੰਦਾ ਹੈ ਵਕੀਲ ਸਾਹਿਬ ਕਿ ਜੇ ਗੱਲ ਕਰ ਲਈਏ ਤਾਂ ਪੰਜਾਬ ਦੀ ਤੇ ਕੁਝ ਜਿਹੜੇ ਨੇ ਇੱਧਰ ਸਾਈਡ ਤੇ ਨੇ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ, ਜਿਹੜੇ ਬੰਦੀ ਸਿੱਖ ਨੇ, ਬਾਕੀ ਤਿਹਾੜ ਦੇ ਜੇਲ੍ਹ ਜਿਹੜਾ ਦਿੱਲੀ 'ਚ ਹੈਗੇ ਨੇ, ਤੇ ਇਹਦੇ 'ਚ ਤਿਹਾੜ ਜੇਲ੍ਹ ਦਿੱਲੀ 'ਚ ਜਾਂ ਫਿਰ ਇੱਥੋਂ ਵਾਲੇ ਜਿਹੜੇ ਨੇ, ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਤੇ ਸਟੇਟ ਦੀਆਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਦੇ ਕਿੱਥੇ ਕੁ ਗੱਲ ਫਸੀ ਹੋਈ ਹੈ? ਦੇਖੋ, ਇਹਦੇ 'ਚ ਸੈਂਟਰ ਗਵਰਨਮੈਂਟ ਨਾਲ ਕੋਆਰਡੀਨੇਸ਼ਨ ਕੀਤਾ ਜਾ ਸਕਦਾ ਹੈ।
ਕਿਉਂਕਿ ਜਿਹੜੇ ਸੈਂਟਰਲ ਐਕਟਸ ਦੇ ਵਿੱਚ ਬੰਦ ਨੇ, ਜਿਵੇਂ ਸੀਬੀਆਈ ਕੇਸਸ ਨੇ, ਯੂਏਪੀ ਕੇਸਸ ਨੇ, ਪੋਟਾ ਕੇਸਸ ਨੇ, ਉਹਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੈਗੀ ਹੈ। ਕਈ ਕੇਸ ਜਿਹੜੇ ਐਕਸਕਲੂਸਿਵਲੀ ਸਟੇਟਸ ਦੇ ਕੰਟਰੋਲ ਵਿੱਚ ਨੇ, ਸੋ ਉਹ ਕੋਆਰਡੀਨੇਟ ਕੀਤਾ ਜਾ ਸਕਦਾ ਸੈਂਟਰਲ ਲੈਵਲ ਤੇ। ਇਕੱਲਾ ਇਸ਼ੂ ਪੰਜਾਬ ਦਾ ਨਹੀਂ ਹੈਗਾ, ਇਹਦੇ 'ਚ ਤਾਮਿਲ ਵੀ ਬੰਦ ਨੇ, ਇਹਦੇ 'ਚ ਦਲਿਤ ਲੋਕ ਵੀ ਬੰਦ ਨੇ, ਇਹਦੇ 'ਚ ਮਤਲਬ ਰੈਸਟ ਆਫ ਨਾਗੇ ਵੀ ਬੰਦ ਨੇ, ਕਸ਼ਮੀਰ ਦੇ ਵੀ ਬੰਦ ਨੇ। ਇਹ ਪੂਰੇ ਨੇਸ਼ਨ ਦਾ ਇਸ਼ੂ ਹੈਗਾ। ਸੋ ਇੰਡੀਅਨ ਸਟੇਟ ਨੂੰ ਚਾਹੀਦਾ ਹੈ ਕਿ ਇਹ ਇੱਕ ਪੀਸ ਦਾ ਫਸਟ ਸਟੈਪ ਹੈਗਾ। ਜੇ ਤੁਸੀਂ ਪੀਸ ਚਾਹੁੰਦੇ ਹੋ, ਤੁਹਾਨੂੰ ਫਸਟ ਸਟੈਪ ਲੈਣਾ ਚਾਹੀਦਾ ਹੈ ਕਿ ਆਲ ਓਵਰ ਇੰਡੀਆ ਜਿੰਨੇ ਵੀ ਇਹ ਪੋਲੀਟੀਕਲ ਪ੍ਰਿਜ਼ਨਰਸ ਨੇ, ਇਹਨਾਂ ਨੂੰ ਰਿਲੀਜ਼ ਕਰਨ ਲਈ ਤੁਹਾਨੂੰ ਟੇਬਲ ਤੇ ਬੈਠਣਾ ਚਾਹੀਦਾ ਹੈ। ਤਾਂ ਉਹਨਾਂ ਨੂੰ ਰਿਲੀਜ਼ ਕਰਨ ਲਈ ਇੱਕ ਮਾਡਲ ਖੜਾ ਕਰਨਾ ਚਾਹੀਦਾ ਕਿ ਆਪਾਂ ਕਿਵੇਂ ਕਿਵੇਂ ਰਿਲੀਜ਼ ਕਰਨਾ ਹੈਗਾ। ਤੁਸੀਂ ਬਹੁਤ ਸਾਰੇ ਕੇਸਿਸ ਜਿਹੜੇ ਨੇ ਉਹ ਮਤਲਬ ਕਿ ਤੁਸੀਂ ਲਏ ਨੇ, ਬਹੁਤ ਸਾਰੇ ਕੇਸਿਸ ਤੇ ਤੁਸੀਂ ਕੋਰਟ ਵਿੱਚ ਲੈ ਕੇ ਗਏ ਹੋ, ਤੇ ਉਹਦੇ ਵਿੱਚ ਸਭ ਤੋਂ ਔਖਾ ਐਕਸਪੀਰੀਅੰਸ ਤੁਹਾਡਾ ਜੇ, ਜਾਂ ਸਭ ਤੋਂ ਜਿਹੜਾ ਸਖਤ ਸੀਗਾ ਹਿਊਮਨ ਰਾਈਟਸ ਨੂੰ ਲੈ ਕੇ, ਵਾਇਓਲੇਸ਼ਨ ਨੂੰ ਲੈ ਕੇ, ਉਹ ਕਿਹੜਾ ਸੀ? ਤੁਹਾਡਾ ਕੋਈ ਐਕਸਪੀਰੀਅੰਸ ਤੁਹਾਨੂੰ ਯਾਦ ਹੋਏਗਾ? ਤੇ ਅੱਜ ਜਦੋਂ ਤੁਸੀਂ ਇਹ ਤਕਰੀਰਾਂ ਸੁਣੀਆਂ ਤੇ ਤੁਹਾਨੂੰ ਮਤਲਬ ਕੀ ਉਹਦੇ ਕੰਪੈਰੀਜ਼ਨ ਹੋ ਸਕਦਾ ਕਿਤੇ? ਦੇਖੋ, ਮੈਂ ਇਹ ਨੰਬਰ ਆਫ ਕੇਸਸ ਨੂੰ ਡੀਲ ਕੀਤਾ ਹੈ। ਬੇਸਿਕਲੀ ਬੀਇੰਗ ਹਿਊਮਨ ਰਾਈਟਸ ਐਕਟਿਵਿਸਟ, ਜਦੋਂ ਤੁਸੀਂ ਲੜ ਰਹੇ ਹੁੰਦੇ ਹੋ, ਮੈਂ ਫਰਮ ਸਟੂਡੈਂਟ ਲਾਈਫ ਤੁਹਾਨੂੰ ਦੱਸਾਂਗਾ ਕਿ ਜਦੋਂ ਮੈਜੋਰਿਟੀ 90% ਕੇਸਸ ਹੁੰਦੇ ਨੇ ਅਗੇਂਸਟ ਪੁਲਿਸ, ਤੁਸੀਂ ਬੰਦੇ ਲਈ ਲੜ ਰਹੇ ਹੁੰਦੇ ਹੋ, ਪੁਲਿਸ ਦਾ ਇੰਨਾ ਪ੍ਰੈਸ਼ਰ ਹੁੰਦਾ ਹੈ ਕਿ ਉਹ ਜਿਹੜਾ ਸ਼ਿਕਾਇਤ ਕਰਤਾ ਹੁੰਦਾ, ਵਿਕਟਮ ਹੁੰਦਾ ਹੈ, ਉਹਦੀ ਆਰਮ ਟਵਿਸਟ ਕਰਕੇ ਤੁਹਾਡਾ ਉਹ ਰਾਜ਼ੀਨਾਮਾ ਵੀ ਕਰ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਸੋ ਮੈਂ ਇੱਕ ਰੀਸੈਂਟਲੀ ਪੰਜਾਬ ਦੇ ਵਿੱਚ ਬੜਾ ਕ੍ਰਿਮੀਨਲ ਪੁਲਿਸ ਅਫਸਰ ਸੀ ਸੁਮੇਧ ਸੈਣੀ, ਉਹਦੇ ਕੇਸ ਨੂੰ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਰਿਵਿਊ ਤੱਕ ਲੜਿਆ ਹੈ। ਉਸ ਕੇਸ 'ਚ ਮੈਨੂੰ ਬੜਾ ਡਿਸਪੁਆਇੰਟ ਹੋਇਆ ਹੈ ਜਿਹੜਾ ਸਟੇਟ ਦਾ ਜੁਡੀਸ਼ਰੀ ਦਾ ਨਜ਼ਰੀਆ ਲੈ ਕੇ, ਕਿ ਉਹਦੇ ਵਿੱਚ ਸਾਡਾ ਬੇਸਿਕ ਸਵਾਲ ਸੀ ਕੋਰਟ ਨੂੰ ਕਿ ਐਨ ਆਰਮੀ ਆਫਿਸਰ who is facing the proceedings of the court martial can be appointed as chief of army. Same situation is here, an IPS officer who is facing the proceedings under section 364-201, CBI ਨੇ ਚਾਰਜ ਫਰੇਮ ਕਰ ਦਿੱਤੇ ਨੇ, ਹਨਾ। ਇੱਕ 3 ਬੰਦਿਆਂ ਦੇ ਕਤਲ ਦਾ ਉਰਤੇ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਦਾ ਵੀ CBI ਨੇ ਪਰਚਾ ਰਜਿਸਟਰਡ ਕੀਤਾ ਹੈ, ਉਹਨੂੰ ਤੁਸੀਂ ਪੰਜਾਬ ਦਾ DGP ਲਾ ਰਹੇ ਹੋ। ਜਦੋਂ ਕੇਸ ਫਾਈਲ ਹੋਇਆ ਹੈ, ਕੇਸ ਦੇ ਵਿੱਚ ਸਟੇਟ ਆਫ ਪੰਜਾਬ ਨੇ ਆਬਜੈਕਸ਼ਨ ਕੀਤਾ ਹੈ ਕਿ ਇਹਦੇ NGO ਨੇ ਰੈਜ਼ੋਲੂਸ਼ਨ ਪਾਸ ਨਹੀਂ ਕੀਤਾ ਹੈ। ਫਿਰ ਚੀਫ ਜਸਟਿਸ ਸਾਹਿਬ ਜਿਹੜੇ ਸੀਕਰੀ ਸਾਹਿਬ ਸੀ, ਜਿਹੜੇ ਸੁਪਰੀਮ ਕੋਰਟ 'ਚ ਵੀ ਗਾਂ ਗਏ ਨੇ, ਮੈਨੂੰ ਕਹਿੰਦੇ ਜੀ ਤੁਸੀਂ ਕੇਸ 'ਚੋਂ ਬਾਹਰ ਹੋ ਜਾਓ, ਅਸੀਂ ਇਹਦਾ ਸਿਓ ਮੋਟੋ ਲੈ ਕੇ ਤੇ ਕੇਸ ਕਰਾਂਗੇ। ਕੇਸ ਦਾ ਸਿਓ ਮੋਟੋ ਹੋ ਗਿਆ ਤੇ ਫਾਈਨਿੰਗਸ ਕਿਹੜੀ ਗੱਲ ਤੇ ਡਿਸਮਿਸ ਹੋ ਰਹੀ ਹੈ, ਜਦੋਂ ਕਿ ਇਹਨਾਂ ਨੂੰ ਫਾਈਨਿੰਗਸ ਜਿਹੜੇ ਅਸੀਂ ਇਸ਼ੂਜ਼ ਰੇਜ਼ ਕੀਤੇ ਸੀ ਪਟੀਸ਼ਨ 'ਚ, ਉਹ 'ਤੇ ਦੇਣੀ ਚਾਹੀਦੀ ਸੀ। ਉਹ ਪਟੀਸ਼ਨ ਇਹਨਾਂ ਨੇ ਇੱਕ ਇਸ਼ੂਜ਼ 'ਤੇ ਫਿਰ ਰੱਦ ਕਰ ਦਿੱਤੀ ਕਿ ਪਟੀਸ਼ਨਰ ਨੂੰ ਅਪਾਇੰਟ ਕਰਨ ਦਾ ਜਿਹੜਾ ਵਾ ਰੈਜ਼ੋਲੂਸ਼ਨ ਆਰਗੇਨਾਈਜੇਸ਼ਨ ਨੇ ਪਾਸ ਨਹੀਂ ਕੀਤਾ। ਸੇਮ ਜਿਹੜੀ ਜਜਮੈਂਟ ਸੀ ਸੁਪਰੀਮ ਕੋਰਟ ਦੀ ਸੀ ਤੇ ਰਿਵਿਊ ਵੀ ਸੇਮ ਸੀ। ਜਦੋਂ ਕਿ ਤੁਸੀਂ ਇੱਕ ਸਿਓ ਮੋਟੋ ਲੈ ਲਿਆ, ਮੈਂ ਬਾਹਰ ਨਿਕਲ ਗਿਆ, ਤੇ ਤੁਸੀਂ ਉਹ 'ਤੇ ਡਿਸੀਜਨ ਦੇਣਾ ਬਣਦਾ ਸੀ। ਸੋ ਜਿਹੜੀਆਂ ਕੋਰਟਸ ਨੇ ਇਹ ਵੀ ਅੰਡਰ ਪ੍ਰੈਸ਼ਰ ਹੋ ਜਾਂਦੀਆਂ ਨੇ। ਕੋਰਟਸ ਅੰਡਰ ਪ੍ਰੈਸ਼ਰ ਹੋ ਜਾਂਦੀਆਂ, ਤੁਸੀਂ ਹੁਣੇ ਕਿਹਾ। ਉਹਦੇ ਨਾਲ ਸਰਕਾਰਾਂ ਦੀ ਜੇ ਗੱਲ ਕਰ ਲਈਏ, ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਇੱਕ ਦੂਸਰੇ ਤੇ ਸਟੇਟ ਜਿਹੜਾ ਹੈ ਉਹ ਸੈਂਟਰ ਤੇ ਸੈਂਟਰ ਜਿਹੜਾ ਸਟੇਟ ਵੱਲ ਦੇਖਦੀ ਹੈ, ਉਹਨਾਂ ਤੇ ਮੋਢੇ ਤੇ ਰੱਖਦੀ ਰਹਿੰਦੀ ਹੈ ਬਾਰ-ਬਾਰ। ਤੇ ਬਹੁਤ ਹਿਊਮਨ ਰਾਈਟਸ ਦੀ ਵਾਇਓਲੇਸ਼ਨ, ਇੱਕ ਇਨਸਾਨ ਦੀ ਜਿਹੜੀ ਹੈਗੀ ਉਹਨੇ ਆਪਣੀ ਸਜ਼ਾ ਕੱਟ ਲਈ, ਜੇ ਉਹ ਲੱਗਿਆ ਵੀ ਕੋਈ ਗੁਨਾਹ ਕੀਤਾ, ਟ੍ਰਾਇਲ ਚੱਲੀ, ਉਹਦੀ ਸਜ਼ਾ ਵੀ ਕੱਟ ਲਈ, ਉਹਦੇ ਬਾਅਦ ਉਹਦਾ ਹੱਕ ਬਣਦਾ ਕਿ ਉਹ ਬਾਹਰ ਆ ਕੇ ਆਪਣੀ ਜ਼ਿੰਦਗੀ ਬਿਤਾਏ। ਇਹ ਸਭ ਦੇ ਨੂੰ ਲੈ ਕੇ ਬਹੁਤ ਸਾਲਾਂ ਤੋਂ, ਦਹਾਕਿਆਂ ਤੋਂ ਸੈਮੀਨਾਰਸ ਹੋ ਰਹੇ ਨੇ, ਲਗਾਤਾਰ ਗੱਲਾਂ ਬਾਤਾਂ ਹੋ ਰਹੀਆਂ ਨੇ, ਚਰਚਾ ਵਿਚਾਰ ਹੋ ਰਿਹਾ ਹੈ। ਕੋਰਟਾਂ ਦੇ ਵਿੱਚ ਇਹਨੂੰ ਪਟੀਸ਼ਨਸ ਵੀ, ਰਿਵਿਊ ਪਟੀਸ਼ਨਸ ਵੀ ਬਾਰ-ਬਾਰ ਪਾਈਆਂ ਜਾਂਦੀਆਂ ਨੇ, ਸੁਪਰੀਮ ਕੋਰਟ ਤੱਕ ਲੋਕ ਜਾਂਦੇ ਨੇ। ਪਰ ਹੱਲ ਕੀ ਹੈ ਤੁਹਾਡੇ ਅਨੁਸਾਰ? ਕਾਨੂੰਨੀ ਹੱਲ ਹੈ ਨੇ? ਈਵਨ ਇੰਟਰਨੈਸ਼ਨਲ ਲੈਵਲ ਤੇ UN ਤੱਕ ਵੀ ਕਈ ਕੇਸਿਸ ਜਿਹੜੇ ਨੇ ਉਹ ਬੜੇ ਬੁਲੰਦ ਆਵਾਜ਼ ਦੇ ਵਿੱਚ ਲੈ ਕੇ ਗਏ ਨੇ। ਬਾਹਰਲੇ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਸੀਗੇ ਉਹਨਾਂ ਨੇ ਵੀ ਚੁੱਕੇ ਨੇ। ਫਿਰ ਵੀ ਤੇ ਸੰਘਰਸ਼ ਕਿੱਡਾ ਕੁ ਲੰਬਾ? ਦੇਖੋ, 2 ਫਰਕ ਹੁੰਦੇ ਨੇ। ਕੋਰਟ ਦੇ ਵਿੱਚ ਇੱਕ ਹੀਨੀਅਨਸ ਕ੍ਰਾਈਮ ਮੰਨਿਆ ਜਾਂਦਾ ਹੈ, ਜਿਹੜੇ ਬਰੂਟਲ ਮਰਡਰਸ ਹੁੰਦੇ ਨੇ। ਦੂਜਾ ਹੀਨੀਅਨਸ ਕ੍ਰਾਈਮ ਮੰਨਦੇ ਸੀ ਇਹ ਕਿ ਜਿਹੜੇ ਬੰਦੇ ਸਟੇਟ ਦੀ ਸੋਵਰੇਨਿਟੀ ਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਉਹਨਾਂ ਦੇ ਖਿਲਾਫ 124A ਦਾ ਇਹ ਮੁਕੱਦਮਾ ਦਰਜ ਕਰਦੇ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਾਂਸੀ 2 ਹੀ ਕੇਸਾਂ 'ਚ ਪ੍ਰੋਵੀਜ਼ਨ ਹੈ, ਹੀਨੀਅਨਸ ਕ੍ਰਾਈਮ ਤੇ ਦੇਸ਼ ਧਰੋਹ ਦੇ ਵਿੱਚ, ਜਿਹੜੀ ਕਿ ਹੁਣ ਸਕ੍ਰੈਪ ਕਰ ਦਿੱਤੀ ਹੈ। ਕਿਉਂਕਿ ਇੱਥੇ ਜਦੋਂ ਸਰਬੱਤ ਖਾਲਸਾ 2015 'ਚ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਦੋਂ ਨੰਬਰ ਆਫ ਆਰਗੇਨਾਈਜ਼ਰਸ ਦੇ ਖਿਲਾਫ FIR ਲੌਜ਼ ਹੋ ਗਈ ਸੀ। ਉਦੋਂ ਮੈਂ ਇੱਥੇ ਹਾਈ ਕੋਰਟ 'ਚ ਆਰਗੂਮੈਂਟ 'ਚ ਜੱਜ ਸਾਹਿਬ ਨੂੰ ਦੱਸਿਆ ਸੀ ਕਿ ਜਿਹੜਾ ਸੈਡੀਸ਼ਨ ਲਾਅ ਹੈਗਾ, ਇਹ ਬ੍ਰਿਟਿਸ਼ ਮੇਡ ਲਾਅ ਹੈਗਾ। ਇਹ ਜਿਹੜੀ ਫਰੀडम ਫਾਈਟਰਸ ਦੀ ਆਵਾਜ਼ ਨੂੰ ਮਜ਼ਲ ਕਰਨ ਲਈ, ਸਨੱਪ ਕਰਨ ਲਈ ਬਣਿਆ ਸੀ। ਤੇ ਬ੍ਰਿਟਿਸ਼ਰਸ ਨੇ
ਇਹ ਜਿਹੜਾ ਲਾਅ ਹੈ 2012 ਚ ਰਿਪੀਲ ਕਰਤਾ, ਖਤਮ ਕਰਤਾ ਹੈ, ਸੋ ਇਹਦੀ ਮਿਸਯੂਜ਼ ਹੋ ਰਹੀ ਹੈ। ਉਦੋਂ ਉਹਨਾਂ ਨੇ ਉਹਦੇ ਬੇਸਿਸ ਤੇ ਸਾਨੂੰ ਬੇਲਸ ਦਿੱਤੀਆਂ ਸੀ। ਹੁਣ ਉਹ ਬੜੀ ਇਨੀਸ਼ੀਏਟਿਵ ਅੱਗੇ ਆਇਆ ਹੈ ਕਿ ਉਹਨਾਂ ਨੇ ਮੋਦੀ ਗਵਰਨਮੈਂਟ ਨੇ ਇਹਨੂੰ ਖਤਮ ਹੀ ਕਰਤਾ ਸੈਡੀਸ਼ਨ ਲਾਅਸ ਨੂੰ। ਪਰ ਉਹਦੇ ਡਿਸਪਾਈਟ ਡੈਟ ਲਾਅ NIA ਤੇ ਨੰਬਰ ਆਫ ਅਦਰਸ ਜਿਹੜੇ ਡਰਾਕੋਨੀਅਨ ਲਾਅਸ ਹੈਗੇ ਨੇ ਉਹ ਹੈਗੇ ਨੇ। ਹੁਣ ਜਦੋਂ ਕਿਸੇ ਬੰਦੇ ਦੇ ਖਿਲਾਫ NIA ਦਾ ਕੇਸ ਲੱਗ ਜਾਂਦਾ ਹੈ, ਉਹ ਛੋਟੇ ਜੱਜ ਨੂੰ ਵੀ ਪਤਾ ਹੈ, ਉਹ ਹਾਈ ਕੋਰਟ ਦੇ ਜੱਜ ਨੂੰ ਵੀ ਪਤਾ ਹੈ, ਸੁਪਰੀਮ ਕੋਰਟ ਦੇ ਜੱਜ ਨੂੰ ਵੀ ਪਤਾ ਹੈ ਕਿ ਆਪਾਂ ਇਹਨੂੰ ਬੇਲ ਨਹੀਂ ਦੇਣੀ ਹੈਗੀ। ਐਵੇਂ ਜਿਹੜੇ ਤੇ UAP ਲੱਗ ਜਾਂਦਾ ਹੈ। ਜੇ ਕਿਸੇ ਸਧਾਰਨ ਬੰਦੇ ਕੋਲ UP 'ਚ ਪਿਸਤੌਲ ਫੜਿਆ ਜਾਏ ਤਾਂ ਉਹਦੀ ਜ਼ਮਾਨਤ 2 ਮਹੀਨਿਆਂ 'ਚ ਹੋ ਜਾਂਦੀ ਹੈ। ਜਿਸ ਬੰਦੇ ਤੇ UAP ਲੱਗ ਜਾਏ ਉਹਨੂੰ ਪਤਾ ਕਿ ਉਹਨੂੰ 5 ਸਾਲ ਜ਼ਮਾਨਤ ਨਹੀਂ ਮਿਲਣੀ, 4 ਸਾਲ ਜ਼ਮਾਨਤ ਨਹੀਂ ਦੇਣੀ। ਫਰੋਮ ਦਾ ਟ੍ਰਾਇਲ ਟੂ ਸੁਪਰੀਮ ਕੋਰਟ ਜੱਜਸ ਨੂੰ ਪਤਾ ਹੈ ਕਿ ਸਰਕਾਰ ਦੀਆਂ ਹਿਡਨ ਇਨਸਟਰਕਸ਼ਨਸ ਨੇ ਕਿ ਇਹਨਾਂ ਬੰਦਿਆਂ ਨੂੰ ਖਰਾਬ ਕਰਨਾ ਹੈਗਾ। ਬਹੁਤ ਔਖਾ ਹੈ ਦਾ ਮਤਲਬ, ਪਰ ਇਹ ਸਾਰੇ ਦੇ ਵਿੱਚ ਹੱਲ ਹਜੇ ਦੂਰ ਹੀ ਨੇ ਤੁਹਾਡੇ ਅਨੁਸਾਰ? ਇਹ ਦੇਖੋ, ਜਦੋਂ ਪਬਲਿਕ ਓਪੀਨੀਅਨ ਮੰਨਦਾ ਹੈ, ਇਹ ਬੜੇ ਅੱਛੇ ਪਲੇਟਫਾਰਮ ਨੇ ਜਿਹੜੀਆਂ ਇਹ ਡਿਸਕਸ਼ਨਸ ਨੇ, ਇਹ ਜਦੋਂ ਲੋਕਾਂ ਦੀ ਵੌਇਸ ਬਣ ਜਾਣਗੀਆਂ ਫਿਰ ਓਬਵੀਅਸਲੀ ਜਿਹੜੇ ਸਰਕਾਰ ਨੂੰ ਕੋਈ ਤਾਂ ਕੋਈ ਇਸ ਪ੍ਰਤੀ ਆਪ ਦਾ ਕੋਈ ਤਾਂ ਕੋਈ ਚੰਗਾ ਪੋਜ਼ਿਟਿਵ ਜਿਹੜਾ ਐਟੀਟਿਊਡ ਸ਼ੋ ਕਰਨਾ ਪਊਗਾ। ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਸੀਗੇ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਜਿਹੜਾ ਹਾਈ ਕੋਰਟ ਹੈਗਾ ਉੱਥੋਂ ਦੇ ਸਿਮਰਨਜੀਤ ਸਿੰਘ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਵੀ ਔਖਾ ਹੋਵੇ, ਪੋਲੀਟੀਕਲ ਪ੍ਰਿਜ਼ਨਰਸ ਦੀ ਜਿਹੜੀ ਹੈ ਆਵਾਜ਼ ਜਿਹੜੀ ਹੈ ਬਾਰ-ਬਾਰ ਉੱਠਦੇ ਰਹਿਣੇ ਚਾਹੀਦੀ ਹੈ। ਕਾਨੂੰਨੀ ਪੱਖ ਨੇ ਬਾਰ-ਬਾਰ ਜਿਹੜੀਆਂ ਕੋਰਟਾਂ ਦੇ ਵਿੱਚ ਵੀ ਲੜਾਈ ਕੀਤੀ ਜਾਂਦੀ ਹੈ, ਪਰ ਉਹਦੇ ਬਾਵਜੂਦ ਵੀ ਐਦਾਂ ਦੇ ਸੈਮੀਨਾਰਸ ਜਾਂ ਐਵੇਂ ਦੀਆਂ ਵਿਚਾਰ ਚਰਚਾਵਾਂ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਸੋਲਵ ਕਰਨ ਦੇ ਵਿੱਚ ਡੈਫੀਨੇਟਲੀ ਹੈ ਉਹ ਕਾਮਯਾਬ ਹੋਣਗੇ। ਉਹਨਾਂ ਨੇ ਕਿਹਾ ਕਿ ਜਿਵੇਂ ਜਦੋਂ ਸੈਡੀਸ਼ਨ ਲਾਅਸ ਦੀ ਗੱਲ ਕੀਤੀ ਗਈ, ਐਵੇਂ ਦੇ ਵਿਚਾਰ ਚਰਚਾਵਾਂ ਬਣੀਆਂ ਜਾਂ ਫਿਰ ਦਲੀਲਾਂ ਦਿੱਤੀਆਂ ਗਈਆਂ ਕੋਰਟਾਂ ਦੇ ਵਿੱਚ ਤੇ ਉਹਦੇ ਬਾਅਦ ਸੈਡੀਸ਼ਨ ਲਾਅ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ, ਪਰ ਉਹਦੇ ਬਾਵਜੂਦ ਸਖਤ ਡਰੈਕੋਨੀਅਨ ਲਾਅਸ ਜਿਹੜੇ ਨੇ ਹਜੇ ਵੀ ਬਰਕਰਾਰ ਨੇ ਤੇ ਉਹਦੇ ਵਿੱਚ ਹੀ ਲੋਕ ਜਿਹੜੇ ਨੇ ਉਹ ਲਗਾਤਾਰ ਹਿਊਮਨ ਰਾਈਟਸ ਦੀ ਆਵਾਜ਼ ਉਠਾ ਰਹੇ ਨੇ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਧਰਮਿੰਦਰ ਸੰਧੂ। ਖਬਰਾਂ ਦਾ ਸਿਰਾ ਪ੍ਰੋਗਰਾਮ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ, ਉਸ ਨੂੰ ਤੁਸੀਂ ਰੋਜ਼ਾਨਾ ਸਵੇਰੇ ਦੇਖਦੇ ਹੋ, ਪਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਥੋੜੀ ਜਿਹੀ ਤਬਦੀਲੀ ਆਈ ਹੈ। ਤਬਦੀਲੀ ਸਮੇਂ 'ਚ ਆਈ ਹੈ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਲਾਈਵ ਦੇਖ ਸਕੋਗੇ। ਯਾਨੀ ਕਿ ਭਾਰਤੀ ਸਮਾਂ ਜਦੋਂ ਭਾਰਤ ਦੇ ਵਿੱਚ 7 ਵੱਜਦੇ ਨੇ ਤਾਂ ਉਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਸਕੋਗੇ। 7 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਹੋਵੇਗਾ। ਜਿਸ ਤਰ੍ਹਾਂ ਰੋਜ਼ਾਨਾ ਤੁਸੀਂ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਖਬਰਾਂ ਦਾ ਸਿਰਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਉਸੇ ਤਰ੍ਹਾਂ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਤੁਸੀਂ ਰੋਜ਼ਾਨਾ ਜੁੜਨਾ ਹੈ। ਪਹਿਲਾਂ ਇਹ ਪ੍ਰੋਗਰਾਮ 8:30 ਤੋਂ ਲੈ ਕੇ 9:30 ਵਜੇ ਤੱਕ ਭਾਰਤੀ ਸਮੇਂ ਦੇ ਮੁਤਾਬਕ ਪ੍ਰਸਾਰਿਤ ਕੀਤਾ ਜਾਂਦਾ ਸੀ, ਲਾਈਵ ਕੀਤਾ ਜਾਂਦਾ ਸੀ। ਤੇ ਹੁਣ ਜਿਸ ਤਰ੍ਹਾਂ ਦੇ ਨਾਲ ਬਦਲਾਅ ਆਉਂਦੇ ਨੇ, ਮੌਸਮ ਦੇ ਵਿੱਚ ਵੀ ਬਦਲਾਅ ਆਉਂਦੇ ਨੇ, ਉਸੇ ਤਰ੍ਹਾਂ ਅਮਰੀਕਾ ਕੈਨੇਡਾ ਦਾ ਟਾਈਮ ਵੀ ਬਦਲ ਜਾਂਦਾ ਹੈ, ਤਾਂ ਉਹਦੇ ਮੁਤਾਬਕ ਅਸੀਂ ਵੀ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ। ਭਾਰਤੀ ਸਮਾਂ ਬਦਲ ਦਿੱਤਾ ਗਿਆ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਖਬਰਾਂ ਦਾ ਸਿਰਾ, ਜਿਹਦਾ ਤੁਸੀਂ ਹਿੱਸਾ ਹੋ, ਪਰਿਵਾਰ ਦਾ ਹਿੱਸਾ ਹੋ D5 ਚੈਨਲ ਪੰਜਾਬੀ ਦੇ, ਉਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਦੇਖੋਗੇ। ਇਹਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਸੁਝਾਅ ਦੇ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਆਪਣੇ ਗਲੀ ਮੁਹੱਲੇ, ਹਲਕੇ, ਇਲਾਕੇ ਦਾ ਕੋਈ ਵੀ ਮੁੱਦਾ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਸਾਂਝਾ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਹੀ ਗੁਰਨਾਮ ਸਿੰਘ ਕੀਦਾ, ਸੀਨੀਅਰ ਪੱਤਰਕਾਰ ਤੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਵੀ ਸ਼ਿਰਕਤ ਕਰਿਆ ਕਰਨਗੇ ਟਾਈਮ ਟੂ ਟਾਈਮ, ਤੇ ਨਾਲ ਹੀ ਮੈਂ ਵੀ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗਾ। ਤੇ ਰੋਜ਼ਾਨਾ ਤੁਸੀਂ ਹੁਣ ਪ੍ਰੋਗਰਾਮ ਦੇਖਣਾ ਹੈ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ। 7 ਤੋਂ ਲੈ ਕੇ 8 ਵਜੇ ਤੱਕ ਭਾਰਤੀ ਸਮੇਂ ਮੁਤਾਬਕ ਅਸੀਂ ਤੁਹਾਡੇ ਨਾਲ ਰੋਜ਼ਾਨਾ ਰੂਬਰੂ ਹੋਇਆ ਕਰਾਂਗੇ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਖਬਰਾਂ ਦੇ ਸਿਰੇ ਦੇ ਵਿੱਚ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।